ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਨਾਲ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਇਕੱਲੇ ਲੋਕਾਂ ਦੇ ਵਿੱਚ ਇਕੱਲੇਪਨ ਦੇ ਬਾਰੇ ਗੱਲਬਾਤ ਕਰ ਰਹੇ ਸੀ। ਅਸੀਂ ਜਾਣਿਆ ਕਿ ਬਾਈਬਲ ਉਹਨਾਂ ਲੋਕਾਂ ਦੇ ਬਾਰੇ ਕੀ ਕਹਿੰਦੀ ਹੈ ਜੋ ਅਣਵਿਆਹੇ ਹਨ ਅਤੇ ਇਕੱਲੇ ਰਹਿ ਰਹੇ ਹਨ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਕੱਲੇ ਸੰਤਾਂ ਦੇ ਬਾਰੇ ਜਾਣਾਂਗੇ। ਇਸ ਦੇ ਲਈ ਅਸੀਂ ਯਰਮੀਆ ਦੀ ਪੁਸਤਕ ਦੇ 15 ਅਧਿਆਏ ਦੀ 17 ਆਇਤ ਤੋਂ ਲੈ ਕੇ 18 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਸਾਡੇ ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਨੰਬਰ 1, ਇਕੱਲਾਪਨ ਅਤੇ ਬਾਈਬਲ। ਨੰਬਰ 2, ਇਕੱਲਿਆਂ ਦੀ ਸੇਵਕਾਈ ਪਰਮੇਸ਼ਵਰ ਕਰਦਾ ਹੈ। ਦੋਸਤੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਜ਼ਰੂਰ ਆਸ਼ੀਸ਼ ਪਾਓਗੇ। ਤਾਂ ਫਿਰ ਦੋਸਤੋ, ਆਓ ਛੇਤੀ ਦੇ ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ। ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਇਕੱਲੇ ਸੰਤ। ਯਰਮੀਆ 15 ਅਧਿਆਏ 17 ਵਚਨ ਤੋਂ ਲੈ ਕੇ 18 ਵਚਨ ਤੱਕ। ਨੰਬਰ 1, ਇਕੱਲਾਪਨ ਅਤੇ ਬਾਈਬਲ। ਨੰਬਰ 2, ਇਕੱਲਿਆਂ ਦੀ ਸੇਵਕਾਈ ਪਰਮੇਸ਼ਰ ਕਰਦਾ ਹੈ। ਇੱਕ ਸਰਵੇ ਵਿੱਚ ਲੋਕਾਂ ਨੂੰ ਪ੍ਰਸ਼ਨ ਪੁੱਛੇ ਗਏ ਅਤੇ ਉਹਨਾਂ ਵਿੱਚੋਂ 1/4 ਲੋਕਾਂ ਨੇ ਆਖਿਆ ਕਿ ਉਹ ਅੱਜ ਦੇ ਮਾਹੌਲ ਵਿੱਚ ਆਪਣੇ ਆਪ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰਦੇ ਹਨ, ਜਾਂ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਕਿ ਉਹ ਲੋਕਾਂ ਤੋਂ ਆਪਣੇ ਆਪ ਨੂੰ ਅਲੱਗ ਮਹਿਸੂਸ ਕਰਦੇ ਹਨ। ਇੱਕ ਦੂਜੇ ਸਰਵੇ ਵਿੱਚ ਲਗਭਗ 25% ਅਣਵਿਆਹੇ ਪੁਰਖਾਂ ਅਤੇ ਤੀਵੀਆਂ ਨੇ ਅਤੇ 10% ਸ਼ਾਦੀशुदा ਮਨੁੱਖਾਂ ਅਤੇ ਤੀਵੀਆਂ ਨੇ ਆਖਿਆ ਕਿ ਉਹ ਆਪਣੇ ਜੀਵਨ ਵਿੱਚ ਬਹੁਤ ਹੀ ਇਕੱਲਾਪਨ ਮਹਿਸੂਸ ਕਰ ਰਹੇ ਹਨ। 50 ਵਿਧਵਾਵਾਂ ਔਰਤਾਂ ਵਿੱਚੋਂ ਅੱਧੀਆਂ ਨੇ ਆਖਿਆ ਕਿ ਉਹਨਾਂ ਦੇ ਜੀਵਨ ਵਿੱਚ ਇਕੱਲਾਪਨ ਇੱਕ ਵੱਡੀ ਸਮੱਸਿਆ ਹੈ, ਜਿਨ੍ਹਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ। ਜਾਂਚ ਦੇ ਦੌਰਾਨ ਇਹ ਵੇਖਿਆ ਗਿਆ ਕਿ ਬਜ਼ੁਰਗ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ। ਜੇਮਸ ਲਿਚ ਨੂੰ ਇੱਕ ਸਾਖਸ਼ਾਤਕਾਰ ਵਿੱਚ ਪੁੱਛਿਆ ਗਿਆ ਸੀ ਕਿ ਇਕੱਲਾਪਨ ਅਤੇ ਸਬਜ਼ ਦਾ ਆਪਸ ਵਿੱਚ ਕਿੰਨਾ ਨਜ਼ਦੀਕੀ ਰਿਸ਼ਤਾ ਹੈ, ਅਤੇ ਉਸਨੇ ਇਸ ਦਾ ਉੱਤਰ ਇਸ ਤਰ੍ਹਾਂ ਦਿੱਤਾ ਸੀ। ਉਸਨੇ ਆਖਿਆ, ਇਹ ਤਾਂ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕੋਈ ਪੁੱਛ ਰਿਹਾ ਹੈ ਕਿ ਹਵਾ ਅਤੇ ਸਵਾਸ ਦੇ ਵਿੱਚ ਕੀ ਨਜ਼ਦੀਕੀ ਹੈ। ਜਿਸ ਤਰ੍ਹਾਂ ਹਵਾ ਨਾਲ ਅਸੀਂ ਸਾਹ ਲੈਂਦੇ ਹਾਂ, ਇਨਸਾਨ ਦਾ ਸਾਹ ਉਸ ਤਰ੍ਹਾਂ ਹੀ ਹੈ। ਜਦ ਤੱਕ ਕੋਈ ਸਾਨੂੰ ਇਸ ਤਰ੍ਹਾਂ ਵਾਂਝਾ ਨਾ ਕਰ ਦੇਵੇ, ਉਹ ਇਹ ਹੈ ਸਮਾਜਿਕ ਅਲਗਾਓ, ਅਚਾਨਕ ਪ੍ਰੇਮ ਨੂੰ ਗਵਾ ਦੇਣਾ, ਲੰਮਾ ਇਕੱਲਾਪਨ ਅਤੇ ਕਈ ਵਾਰ ਸਮੇਂ ਤੋਂ ਪਹਿਲਾਂ ਕਿਸੇ ਦੀ ਮੌਤ। ਇਹ ਚੀਜ਼ਾਂ ਇਕੱਲੇਪਨ ਲਈ ਜ਼ਿੰਮੇਵਾਰ ਹਨ। ਇਸ ਤੋਂ ਪਹਿਲਾਂ ਕਿ ਅਸੀਂ ਬਾਈਬਲ ਵਿੱਚ ਕੁਝ ਲੋਕਾਂ ਦੇ ਜੀਵਨ ਦੀ ਵਿਆਖਿਆ ਕਰੀਏ, ਮੈਂ ਤੁਹਾਨੂੰ ਇੱਕ ਬੜਾ ਹੀ ਆਸਾਨ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਉਹ ਹੈ, ਇਕੱਲਾਪਨ ਕੀ ਹੈ? ਤੁਸੀਂ ਇਸ ਦੀ ਵਿਆਖਿਆ ਕਿਸ ਤਰ੍ਹਾਂ ਕਰੋਗੇ? ਮੈਂ ਇਮਾਨਦਾਰੀ ਨਾਲ ਦੱਸਦਾ ਹਾਂ ਕਿ ਮੈਂ ਨਹੀਂ ਜਾਣਦਾ ਕਿ ਮੈਂ ਇਸ ਦੀ ਵਿਆਖਿਆ ਕਿਸ ਤਰ੍ਹਾਂ ਕਰਾਂ। ਮੈਂ ਤਾਂ ਬਸ ਇਹ ਕਰ ਸਕਦਾ ਹਾਂ ਕਿ ਦੂਜੇ ਲੋਕਾਂ ਦੀ ਇਸ ਬਾਰੇ ਰਾਏ ਦੀ ਵਿਆਖਿਆ ਕਰਾਂ, ਜਿਸ ਨੂੰ ਉਹਨਾਂ ਨੇ ਆਪਣੇ ਜੀਵਨ ਵਿੱਚ ਮਹਿਸੂਸ ਕੀਤਾ ਹੈ। ਕੁਝ ਨੇ ਤਾਂ ਇਸ ਦੀ ਵਿਆਖਿਆ ਸਰੀਰਕ ਰੂਪ ਵਿੱਚ ਕੀਤੀ। ਉਹਨਾਂ ਦੇ ਅਨੁਸਾਰ ਇਹ ਭੁੱਖੇ ਪੇਟ ਦੀ ਤਰ੍ਹਾਂ ਖਾਲੀ ਹੈ ਜੋ ਕੁਝ ਖਾਣ ਦੀ ਮੰਗ ਕਰਦਾ ਹੈ। ਕੁਝ ਨੇ ਇਸ ਦੀ ਵਿਆਖਿਆ ਉਤਸੁਕਤਾ ਨਾਲ ਕੀਤੀ, ਜਿਸ ਦਾ ਅਰਥ ਹੈ ਚਾਹਤ। ਕੁਝ ਨੇ ਆਖਿਆ ਕਿ ਇੱਕ ਦਰਦ ਦੀ ਤਰ੍ਹਾਂ ਹੈ ਜੋ ਦੁੱਖ ਦੇ ਵੇਲੇ ਜਾਂ ਅਲਗਾਓ ਦੇ ਕਾਰਨ ਹੁੰਦਾ ਹੈ। ਦੂਜਿਆਂ ਨੇ ਆਖਿਆ ਇਹ ਇੱਕ ਲੰਮੇ ਸਮੇਂ ਦੇ ਕਾਰਨ ਹੈ ਜੋ ਹੰਝੂਆਂ ਦਾ ਰੂਪ ਲੈ ਲੈਂਦੇ ਹਨ। ਮੇਰੇ ਭਰਾਵੋ ਅਤੇ ਭੈਣੋ, ਇਕੱਲੇਪਨ ਦੇ ਦੁੱਖ ਤੋਂ ਵੱਧ ਕੇ ਕੋਈ ਹੋਰ ਦੁੱਖ ਨਹੀਂ ਹੈ। ਮੈਂ ਅਕਸਰ ਕਈ ਪੱਤਰੀਆਂ ਪੜ੍ਹਦਾ ਹਾਂ ਜੋ ਮੈਨੂੰ ਕੈਦੀਆਂ ਤੋਂ ਪ੍ਰਾਪਤ ਹੁੰਦੀਆਂ ਹਨ, ਜੋ ਸਲਾਖਾਂ ਦੇ ਪਿੱਛੇ ਰਹਿੰਦੇ ਹੋਏ ਮੇਰੇ ਰੇਡੀਓ ਪ੍ਰੋਗਰਾਮ ਸੁਣਦੇ ਹਨ। ਇੱਕ ਵਾਰ ਮੈਂ ਇੱਕ ਔਰਤ ਤੋਂ ਟੈਲੀਫੋਨ ਵਿੱਚ ਸੁਣਿਆ ਜੋ ਦੱਸ ਰਹੀ ਸੀ ਕਿ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਹੈ ਜਾਂ ਛੱਡ ਕੇ ਜਾ ਰਿਹਾ ਹੈ।
ਮੈਂ ਇੱਕ ਪਤੀ ਦੇ ਚਿਹਰੇ ਨੂੰ ਵੇਖ ਰਿਹਾ ਸੀ, ਜਿਸ ਨੇ ਹੁਣੇ ਹੀ ਆਪਣੀ ਪਤਨੀ ਨੂੰ ਕਬਰ ਦਿੱਤੀ ਸੀ। ਮੈਂ ਇੱਕ ਬੱਚੀ ਦੇ ਦਾਦਾ-ਦਾਦੀ ਅਤੇ ਮਾਂ-ਬਾਪ ਨੂੰ ਵੇਖ ਰਿਹਾ ਸੀ, ਜਿਨ੍ਹਾਂ ਦੀ ਜਵਾਨ ਅਤੇ ਸੁੰਦਰ ਬੱਚੀ ਦੇ ਦੰਗੇ-ਫਸਾਦ ਵਿੱਚ ਮਰ ਗਈ ਸੀ। ਮੈਂ ਕਈ ਲੋਕਾਂ ਦੇ ਚਿਹਰੇ ਦੁੱਖ ਨਾਲ ਭਰੇ ਹੋਏ ਵੇਖੇ ਹਨ, ਜੋ ਆਪਣੇ ਵਿੱਚ ਕਈ ਕਾਰਨਾਂ ਕਰਕੇ ਇਕੱਲਾਪਨ ਮਹਿਸੂਸ ਕਰ ਰਹੇ ਹਨ। ਮੈਂ ਵੇਖਿਆ ਇਕੱਲੇ ਲੋਕ ਯਤਨ ਕਰ ਰਹੇ ਹਨ ਕਿ ਉਹ ਜਗਤ ਵਿੱਚ ਦੂਜੇ ਲੋਕਾਂ ਨਾਲ ਸਹਿਭਾਗਤਾ ਕਰ ਸਕਣ, ਪਰ ਇਸ ਸੰਸਾਰ ਵਿੱਚ ਪਰਿਵਾਰ ਅਤੇ ਜੋੜਿਆਂ ਉੱਤੇ ਮਹੱਤਵ ਦਿੱਤਾ ਜਾਂਦਾ ਹੈ। ਮੈਂ 13 ਤੋਂ 19 ਸਾਲ ਦੀ ਅਵਸਥਾ ਦੇ ਬੱਚਿਆਂ ਨੂੰ ਵੇਖਿਆ, ਜੋ ਬਚਪਨ ਤੋਂ ਜਵਾਨੀ ਵਿੱਚ ਆ ਰਹੇ ਹੁੰਦੇ ਹਨ, ਜਦ ਸਭ ਕੁਝ ਬਦਲ ਰਿਹਾ ਹੁੰਦਾ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਮਾਂ-ਬਾਪ ਅਤੇ ਉਹਨਾਂ ਦੇ ਸਿੱਖਿਅਕ ਉਹਨਾਂ ਨੂੰ ਸਮਝ ਨਹੀਂ ਪਾ ਰਹੇ ਅਤੇ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹੁੰਦੇ ਹਨ। ਇੱਥੋਂ ਤੱਕ ਕਿ ਮੈਂ ਆਪਣੀ ਪਤਨੀ ਦੀਆਂ ਅੱਖਾਂ ਵਿੱਚ ਵੀ ਇਕੱਲੇਪਨ ਵੇਖਿਆ ਹੈ। ਜਦ ਆਪਣੀ ਸੇਵਕਾਈ ਦੇ ਕਾਰਨ ਸਾਨੂੰ ਕਈ ਰਾਤਾਂ ਲਈ ਇੱਕ ਦੂਜੇ ਤੋਂ ਦੂਰ ਜਾਣਾ ਪੈਂਦਾ ਹੈ, ਕਈ ਵਾਰ ਤਾਂ ਪੂਰਾ ਇੱਕ ਹਫ਼ਤੇ ਲਈ। ਮੈਂ ਇਕੱਲੇਪਨ ਦੇ ਸੰਗੀਤ ਨੂੰ ਸੁਣਿਆ ਹੈ ਅਤੇ ਇਹ ਹਰੇਕ ਜਗ੍ਹਾ ਤੇ ਹੈ। ਇਕੱਲੇਪਨ ਦੇ ਸੰਗੀਤ ਵਿੱਚ ਹਰੇਕ ਉਮਰ ਦੇ ਲੋਕ ਹੁੰਦੇ ਹਨ। ਮੇਰੇ ਭਰਾਵੋ ਅਤੇ ਭੈਣੋ, ਹਜ਼ਾਰਾਂ ਲੋਕ ਇਕੱਲੇਪਨ ਵਿੱਚ ਕੋਈ ਗੀਤ ਜਾਂ ਕਵਿਤਾ ਲਿਖਦੇ ਹਨ। ਦਾਊਦ ਨੇ ਵੀ ਆਪਣੇ ਦੁੱਖ ਦੇ ਸ਼ਬਦ ਜ਼ਬੂਰ ਦੀ ਪੋਥੀ ਵਿੱਚ ਲਿਖੇ ਹਨ। ਇੱਕ ਜਗ੍ਹਾ ਉਸਨੇ ਲਿਖਿਆ ਹੈ, ਕੋਈ ਵੀ ਮਨੁੱਖ ਮੇਰੀ ਆਤਮਾ ਦੀ ਪਰਵਾਹ ਨਹੀਂ ਕਰਦਾ। ਸਾਨੂੰ ਆਪਣੇ ਆਪ ਤੋਂ ਇੱਕ ਪ੍ਰਸ਼ਨ ਪੁੱਛਣਾ ਚਾਹੀਦਾ ਹੈ, ਮਨੁੱਖ ਹੋਣ ਦੇ ਨਾਤੇ ਸਾਨੂੰ ਕੀ ਹੋ ਗਿਆ ਹੈ? ਇਸ ਕੰਪਿਊਟਰ ਦੇ ਯੁੱਗ ਵਿੱਚ ਸਾਡੇ ਨਾਲ ਕੀ ਗਲਤ ਹੋ ਚੁੱਕਾ ਹੈ? ਕੀ ਹੋ ਰਿਹਾ ਹੈ? ਕੀ ਅਸੀਂ ਇੱਕ ਦੂਜੇ ਦੀ ਨਜ਼ਦੀਕਤਾ ਨੂੰ ਪਸੰਦ ਨਹੀਂ ਕਰਦੇ? ਕਈ ਵਾਰ ਤਾਂ ਅਸੀਂ ਇਕੱਠੇ ਰਹਿੰਦੇ ਹੋਏ ਵੀ ਇੱਕ ਦੂਜੇ ਦੇ ਨਜ਼ਦੀਕ ਨਹੀਂ ਹੁੰਦੇ। ਬਾਈਬਲ ਵਿੱਚ ਵੀ ਸ਼ਬਦ ਇਕੱਲਾ ਅਤੇ ਇਕੱਲਾਪਨ ਸਾਨੂੰ ਕਈ ਜਗ੍ਹਾ ਤੇ ਪੜ੍ਹਨ ਨੂੰ ਮਿਲਦਾ ਹੈ। ਅਸੀਂ ਬਾਈਬਲ ਵਿੱਚ ਕਈ ਲੋਕਾਂ ਦੇ ਜੀਵਨ ਨੂੰ ਵੇਖਦੇ ਹਾਂ, ਜਿਨ੍ਹਾਂ ਨੇ ਕਈ ਕਾਰਨਾਂ ਤੋਂ ਆਪਣੇ ਜੀਵਨ ਵਿੱਚ ਇਕੱਲੇਪਨ ਦਾ ਸਾਹਮਣਾ ਕੀਤਾ ਹੈ। ਅਸੀਂ ਪਿੱਛੇ ਜਾ ਕੇ ਉਤਪਤੀ ਦੀ ਕਿਤਾਬ ਵਿੱਚ ਇੱਕ ਮਨੁੱਖ ਨੂੰ ਵੇਖਦੇ ਹਾਂ, ਜਿਸ ਦਾ ਨਾਮ ਹਨੋਕ ਹੈ ਅਤੇ ਬਾਈਬਲ ਦੱਸਦੀ ਹੈ ਕਿ ਹਨੋਕ ਆਪਣੇ ਸਮੇਂ ਦੇ ਲੋਕਾਂ ਤੋਂ ਅਲੱਗ ਹੋ ਕੇ ਚੱਲਦਾ ਸੀ। ਕਪਟੀ ਅਤੇ ਪਾਪੀ ਜਗਤ ਵਿੱਚ ਹਨੋਕ ਇੰਜ ਸੀ ਜਿਵੇਂ ਕਾਲੀ ਰਾਤ ਵਿੱਚ ਚਮਕਦਾ ਸਿਤਾਰਾ। ਬਾਈਬਲ ਦੱਸਦੀ ਹੈ, ਹਨੋਕ ਪਰਮੇਸ਼ਰ ਨਾਲ ਚੱਲਦਾ ਸੀ। ਉਹ ਪਰਮੇਸ਼ਰ ਨਾਲ ਚੱਲ ਰਿਹਾ ਸੀ ਅਤੇ ਉਹ ਗਾਇਬ ਹੋ ਗਿਆ, ਕਿਉਂ ਜੋ ਪਰਮੇਸ਼ਰ ਨੇ ਉਸ ਨੂੰ ਲੈ ਲਿਆ। ਹਨੋਕ ਦੀ ਤਰ੍ਹਾਂ ਹੀ ਪਰਮੇਸ਼ਰ ਨਾਲ ਤੁਰਨ ਵਾਲਾ ਇੱਕ ਹੋਰ ਆਇਆ, ਜਿਸ ਦਾ ਨਾਮ ਨੂਹ ਸੀ। ਨੂਹ ਹੀ ਉਹ ਵਿਅਕਤੀ ਸੀ ਜਿਸ ਨੂੰ ਪਰਮੇਸ਼ਰ ਨੇ ਸਮੁੰਦਰ ਵਿੱਚ ਚੱਲਣ ਵਾਲੀ ਇੱਕ ਵੱਡੀ ਕਿਸ਼ਤੀ ਬਣਾਉਣ ਦਾ ਕੰਮ ਸੌਂਪਿਆ, ਜਿੱਥੇ ਕੋਈ ਪਾਣੀ ਨਹੀਂ ਸੀ ਅਤੇ ਨਾ ਹੀ ਕਦੇ ਬਾਰਿਸ਼ ਹੋਈ ਸੀ। ਕਈ ਸਾਲਾਂ ਤੱਕ ਪਰਮੇਸ਼ਰ ਦੀ ਇੱਛਾ ਨੂੰ ਪੂਰੀ ਕਰਨ ਵਾਸਤੇ ਇਹ ਕਿਸ਼ਤੀ ਬਣਾਉਂਦਾ ਰਿਹਾ। ਉਸ ਦੇ ਸਮੇਂ ਦੇ ਲੋਕ ਉਸ ਨੂੰ ਇਸ ਕੰਮ ਵਿੱਚ ਲੱਗੇ ਰਹਿਣ ਲਈ ਬੇਵਕੂਫ ਸਮਝ ਰਹੇ ਸੀ, ਪਰ ਇਬਰਾਨੀਆਂ ਦੀ ਕਿਤਾਬ ਸਾਨੂੰ ਦੱਸਦੀ ਹੈ ਕਿ ਨੂਹ ਵਿਸ਼ਵਾਸ ਵਿੱਚ ਬਣਿਆ ਰਿਹਾ ਅਤੇ ਉਸ ਨੇ ਉਹ ਕੀਤਾ ਜੋ ਉਸ ਨੂੰ ਪਰਮੇਸ਼ਰ ਨੇ ਕਰਨ ਲਈ ਆਖਿਆ ਸੀ, ਜਦ ਕਿ ਉਸ ਨੂੰ ਇਕੱਲਾ ਹੀ ਸਭ ਕੁਝ ਕਰਨਾ ਪਿਆ। ਪੁਰਾਣੇ ਨੇਮ ਵਿੱਚ ਇਕੱਲੇਪਨ ਦੀ ਇੱਕ ਤਸਵੀਰ ਹੋਰ ਹੈ ਜੋ ਮੇਰੀ ਮਨਪਸੰਦ ਹੈ। ਇਹ ਉਤਪਤੀ ਦੀ ਕਿਤਾਬ ਦੇ 16ਵੇਂ ਅਧਿਆਇ ਦੀ ਕਹਾਣੀ ਹੈ, ਜਿਸ ਨੂੰ ਸਾਡੇ ਸਮਝਣ ਲਈ ਗਲਾਤੀਆ ਦੀ ਕਿਤਾਬ ਵਿੱਚ ਬਿਆਨ ਕੀਤਾ ਗਿਆ ਹੈ। ਇਹ ਇੱਕ ਔਰਤ ਦੀ ਕਹਾਣੀ ਹੈ ਜਿਸ ਦਾ ਨਾਮ ਹਾਜਰਾ ਹੈ। ਜਦ ਅਬਰਾਹਾਮ ਦੀ ਪਤਨੀ ਸਾਰਾ ਉਸ ਦੇ ਲਈ ਕੋਈ ਬੱਚਾ ਪੈਦਾ ਨਾ ਕਰ ਸਕੀ, ਤਾਂ ਉਸ ਨੇ ਹਾਜਰਾ ਨੂੰ ਲੈ ਕੇ ਅਬਰਾਹਾਮ ਨੂੰ ਉਸ ਦੀ ਪਤਨੀ ਹੋਣ ਲਈ ਦਿੱਤਾ ਅਤੇ ਜਦ ਇਹ ਮਿਸਰੀ ਦਾਸੀ ਗਰਭਵਤੀ ਹੋ ਗਈ ਤਾਂ ਇਹ ਸਾਰਾ ਨਾਲ ਨਫ਼ਰਤ ਕਰਨ ਲੱਗ ਪਈ। ਤੁਸੀਂ ਤਾਂ ਇਹ ਕਹਾਣੀ ਜਾਣਦੇ ਹੋ। ਅਤੇ ਜਦ ਇਹਨਾਂ ਦੋਵਾਂ ਔਰਤਾਂ ਦੀ ਦੁਸ਼ਮਣੀ ਵੱਧ ਗਈ, ਸਾਰਾ ਨੇ ਹਾਜਰਾ ਨੂੰ ਘਰੋਂ ਕੱਢ ਕੇ ਜੰਗਲ ਵਿੱਚ ਭੇਜ ਦਿੱਤਾ ਅਤੇ ਉਹ ਜੰਗਲ ਵਿੱਚ ਡਰੀ ਹੋਈ ਅਤੇ ਇਕੱਲੀ ਸੀ ਅਤੇ ਉੱਥੇ ਇਕੱਲੀ ਅਤੇ ਡਰੀ ਹੋਈ ਪਾਣੀ ਦੇ ਫੁਹਾਰੇ ਲਈ ਬੈਠੀ ਸੀ। ਜੇ ਅਸੀਂ ਇਹ ਤਸਵੀਰ ਇੱਕ ਸੂਤੀ ਕੱਪੜੇ ਉੱਤੇ ਬਣਾਈਏ ਤਾਂ ਪੁਰਾਣੇ ਨੇਮ ਵਿੱਚ ਇਹ ਇੱਕ ਵੱਡੇ ਇਕੱਲੇਪਨ ਦੀ ਤਸਵੀਰ ਹੋਵੇਗੀ। ਜੇ ਤੁਸੀਂ ਇਹ ਕਹਾਣੀ ਪੜ੍ਹੋ
ਤਾਂ ਤੁਸੀਂ ਉਸ ਦੇ ਇਕੱਲੇਪਨ ਦੇ ਦੁੱਖ ਨੂੰ ਅੱਛੀ ਤਰ੍ਹਾਂ ਸਮਝ ਜਾਓਗੇ। ਉਹ ਆਪਣੇ ਪਰਿਵਾਰ ਤੋਂ ਅਲੱਗ ਸੀ, ਆਪਣੀਆਂ ਸਹੇਲੀਆਂ ਤੋਂ ਦੂਰ ਸੀ ਅਤੇ ਉੱਥੇ ਕੋਈ ਨਹੀਂ ਸੀ ਜੋ ਉਸ ਦੀ ਸਹਾਇਤਾ ਕਰ ਸਕੇ। ਪਰ ਪਰਮੇਸ਼ਰ ਨੇ ਉਸ ਦੀ ਸਹਾਇਤਾ ਕੀਤੀ ਅਤੇ ਇਸ ਨੂੰ ਜਾਣ ਕੇ ਇਕੱਲੇ ਲੋਕਾਂ ਨੂੰ ਹੌਸਲਾ ਮਿਲਣਾ ਚਾਹੀਦਾ ਹੈ ਜੋ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ। ਅਬਰਾਹਾਮ ਨੇ ਇਕੱਲੇਪਨ ਦਾ ਕਿੰਨਾ ਅਹਿਸਾਸ ਕੀਤਾ ਕਿ ਉਹ ਆਪਣੇ ਨੌਕਰਾਂ ਨੂੰ ਆਪਣੇ ਨਾਲ ਲੈ ਕੇ ਲਿਜਾ ਸਕਿਆ। ਉਹ ਆਪਣੇ ਪੁੱਤਰ ਨੂੰ ਹੀ ਲੈ ਕੇ ਇਕੱਲਾ ਪਹਾੜ ਤੇ ਚਲਾ ਗਿਆ। ਹੁਣ ਅਸੀਂ ਮੂਸਾ ਦੇ ਬਾਰੇ ਕੀ ਆਖ ਸਕਦੇ ਹਾਂ? ਉਹ ਤਾਂ ਆਪਣੇ ਆਪ ਵਿੱਚ ਅਲੱਗ ਹੀ ਸੀ। ਉਸ ਦੇ ਬਾਰੇ ਅਸੀਂ ਕੂਚ ਦੀ ਕਿਤਾਬ ਵਿੱਚ ਪੜ੍ਹਦੇ ਹਾਂ। ਫਿਰੌਨ ਦੀ ਅਦਾਲਤ ਵਿੱਚ ਕੰਮ ਕਰਦੇ ਹੋਏ ਅਕਸਰ ਲੰਮੀ ਸੈਰ ਕਰਨ ਜਾਂਦਾ ਸੀ ਅਤੇ ਸੈਰ ਕਰਦੇ ਹੋਏ ਇੱਕ ਵਾਰ ਉਸਨੇ ਇੱਕ ਮਿਸਰੀ ਨੂੰ ਇਬਰਾਨੀ ਨਾਲ ਲੜਦੇ ਹੋਏ ਵੇਖਿਆ। ਉਹ ਜਾਣਦਾ ਸੀ ਕਿ ਮਿਸਰੀ ਯਹੂਦੀਆਂ ਨਾਲ ਨਫ਼ਰਤ ਕਰਦੇ ਹਨ ਅਤੇ ਇਸ ਕਾਰਨ ਗੁੱਸੇ ਵਿੱਚ ਆ ਕੇ ਉਸਨੇ ਮਿਸਰੀ ਦਾ ਕਤਲ ਕਰ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਉਸ ਨੂੰ ਮਦਿਆਨ ਦੇ ਜੰਗਲ ਵਿੱਚ ਨੱਠ ਜਾਣਾ ਪਿਆ ਅਤੇ ਅਗਲੀ ਵਾਰ ਜਦ ਅਸੀਂ ਉਸ ਨੂੰ ਵੇਖਦੇ ਹਾਂ, ਉਹ ਕਿੱਥੇ ਹੈ? ਉਹ ਮਦਿਆਨ ਦੇ ਰੇਗਿਸਤਾਨ ਦੇ ਦੂਜੇ ਪਾਸੇ ਆਪਣੇ ਸਹੁਰੇ ਦੀਆਂ ਭੇਡਾਂ ਦੀ ਦੇਖਭਾਲ ਕਰ ਰਿਹਾ ਹੈ। ਉਹਨਾਂ ਸਾਲਾਂ ਵਿੱਚ ਜ਼ਰੂਰ ਉਸ ਨੇ ਉਸ ਇਕੱਲੇਪਨ ਦਾ ਅਹਿਸਾਸ ਕੀਤਾ ਹੋਵੇਗਾ ਜਿਸ ਦੇ ਬਾਰੇ ਅੱਜ ਲੋਕ ਗੱਲਬਾਤ ਕਰਦੇ ਹਨ। ਅਤੇ ਹੁਣ ਦੌਦ ਵੱਲ ਚੱਲਦੇ ਹਾਂ। ਮੂਸਾ ਤੋਂ ਜ਼ਿਆਦਾ ਦੂਰ ਨਹੀਂ ਜਦ ਅਸੀਂ ਦੌਦ ਨੂੰ ਮਿਲਦੇ ਹਾਂ। ਉਸ ਦੇ ਇਕੱਲੇਪਨ ਅਹਿਸਾਸ ਵਿੱਚ ਕਈ ਤਰ੍ਹਾਂ ਦੀ ਗਹਿਰਾਈ ਸੀ ਅਤੇ ਅਸੀਂ ਉਸ ਦੇ ਕਰਜ਼ਦਾਰ ਹਾਂ ਕਿਉਂਜੋ ਉਹ ਇੱਕ ਵਿਅਕਤੀ ਸੀ ਜਿਸ ਨੇ ਆਪਣੇ ਅਹਿਸਾਸ ਨੂੰ ਕੁਝ ਜ਼ਬੂਰਾਂ ਵਿੱਚ ਲਿਖਿਆ। ਆਓ ਅਸੀਂ ਉਸ ਦੇ ਸ਼ਬਦਾਂ ਨੂੰ ਜ਼ਬੂਰ 102 ਵਿੱਚ ਪੜ੍ਹੀਏ। ਉਹ ਲਿਖਦਾ ਹੈ, ਮੇਰੇ ਦਿਨ ਤਾਂ ਧੂਏ ਵਾਂਗੂ ਮੁੱਕ ਜਾਂਦੇ ਹਨ ਅਤੇ ਮੇਰੀਆਂ ਹੱਡੀਆਂ ਬਾਲਣ ਵਾਂਗੂ ਬਲਦੀਆਂ ਹਨ। ਘਾਹ ਦੀ ਨਿਆਈ ਮੇਰਾ ਮਨ ਮਰ ਗਿਆ ਅਤੇ ਸੁੱਕ ਗਿਆ। ਮੈਂ ਆਪਣੀ ਰੋਟੀ ਵੀ ਖਾਣੀ ਭੁੱਲ ਗਿਆ। ਮੇਰੇ ਕਰਾਉਣ ਦੀ ਆਵਾਜ਼ ਦੇ ਕਾਰਨ ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ। ਮੈਂ ਉਜਾੜ ਦੇ ਲਮਟੀਨ ਦੇ ਤੁਲ ਹੋਇਆ ਅਤੇ ਵੀਰਾਨੇ ਦੇ ਉੱਲੂ ਬਣਿਆ। ਮੈਂ ਜਾਗਦਾ ਰਿਹਾ ਅਤੇ ਉਸ ਚਿੜੀ ਵਰਗਾ ਬਣ ਗਿਆ ਜਿਹੜੀ ਛੱਤ ਉੱਤੇ ਬਿਖਰੀ ਰਹਿੰਦੀ ਹੈ। ਜ਼ਬੂਰ 102 3 ਵਚਨ ਤੋਂ ਲੈ ਕੇ 7 ਵਚਨ ਤੱਕ। ਆਓ ਅਸੀਂ ਉਸ ਦੇ ਸ਼ਬਦਾਂ ਨੂੰ ਜ਼ਬੂਰ 69 ਅਧਿਆਏ 20 ਵਿੱਚ ਪੜ੍ਹੀਏ। ਦਊਦ ਲਿਖਦਾ ਹੈ, ਨਿੰਦਿਆਂ ਦੇ ਨਾਲ ਮੇਰਾ ਦਿਲ ਟੁੱਟ ਗਿਆ ਅਤੇ ਮੈਂ ਮਾਦਾ ਹੋ ਗਿਆ। ਮੈਂ ਦਿਲਾਸਾ ਦੇਣ ਵਾਲੇ ਉਡੀਕਦਾ ਰਿਹਾ ਪਰ ਕੋਈ ਹੈ ਹੀ ਨਹੀਂ ਅਤੇ ਧੀਰਜ ਦੇਣ ਵਾਲਾ ਪਰ ਉਹ ਵੀ ਮੈਨੂੰ ਨਾ ਮਿਲੇ। ਉਹ ਇਕੱਲਾ ਸੀ। ਉਸਨੇ ਆਪਣੇ ਇਕੱਲੇਪਨ ਨੂੰ ਇਸ ਤਰ੍ਹਾਂ ਬਿਆਨ ਕੀਤਾ ਕਿ ਅਸੀਂ ਉਸ ਨੂੰ ਸਮਝ ਸਕੀਏ ਅਤੇ ਅਸੀਂ ਅਜੇ ਵੀ ਪੁਰਾਣੇ ਨੇਮ ਨੂੰ ਖਤਮ ਨਹੀਂ ਕੀਤਾ ਕਿਉਂ ਜੋ ਅਜੇ ਅਯੂਬ ਹੈ। ਅਯੂਬ ਵੀ ਆਪਣੇ ਆਪ ਵਿੱਚ ਇਕੱਲਾ ਵਿਅਕਤੀ ਹੋਣ ਦਾ ਬੜਾ ਵੱਡਾ ਉਦਾਹਰਨ ਹੈ। ਉਹ ਇਕੱਲਾ ਹੀ ਆਪਣੇ ਦੁੱਖ ਦਾ ਅਹਿਸਾਸ ਕਰਦਾ ਹੈ ਅਤੇ ਉਸ ਬਾਰੇ ਸੋਚਦਾ ਹੈ। ਉਸ ਨੂੰ ਕਿਸੇ ਵੀ ਪਾਸਿਓਂ ਸਹੀ ਉੱਤਰ ਨਹੀਂ ਮਿਲਦਾ। ਉਸ ਦੇ ਸਾਰੇ ਸਲਾਹਕਾਰ ਉਸ ਨੂੰ ਛੱਡ ਦਿੰਦੇ ਹਨ ਅਤੇ ਇੱਥੋਂ ਤੱਕ ਕਿ ਉਸ ਦੀ ਆਪਣੀ ਪਤਨੀ ਉਸ ਨੂੰ ਆਖਦੀ ਹੈ ਕਿ ਪਰਮੇਸ਼ਰ ਨੂੰ ਦੋਸ਼ ਦੇ ਅਤੇ ਮਰ ਜਾ। ਅਤੇ ਇਸ ਤਰ੍ਹਾਂ ਦੇ ਦੁੱਖ ਦੇ ਮਾਹੌਲ ਵਿੱਚ ਉਹ ਮਹਿਸੂਸ ਕਰਦਾ ਹੈ ਕਿ ਪਰਮੇਸ਼ਰ ਨੇ ਉਸ ਨੂੰ ਛੱਡ ਦਿੱਤਾ ਹੈ। ਹੁਣ ਜਦ ਅਸੀਂ ਪੁਰਾਣੇ ਨੇਮ ਦੇ ਪੰਨਿਆਂ ਨੂੰ ਛੱਡਦੇ ਹੋਏ ਇਸ ਦੀ ਜਗ੍ਹਾ ਨਵੇਂ ਨੇਮ ਵਿੱਚ ਆਉਂਦੇ ਹਾਂ ਤਾਂ ਸਾਡਾ ਸਾਹਮਣਾ ਚੇਲਿਆਂ ਨਾਲ ਹੁੰਦਾ ਹੈ ਜੋ ਪ੍ਰਭੂ ਯਿਸੂ ਦੀ ਸਹਾਇਤਾ ਕਰਨ ਲਈ ਉਸ ਦੇ ਆਲੇ ਦੁਆਲੇ ਰਹਿੰਦੇ ਸਨ ਤਾਂ ਕਿ ਸੁਸਮਾਚਾਰ ਦਾ ਪ੍ਰਚਾਰ ਹੋ ਸਕੇ। ਪਰ ਹੁਣ ਉਹਨਾਂ ਦੇ ਜੀਵਨ ਵਿੱਚ ਇੱਕ ਅਜੀਬ ਚੀਜ਼ ਦੀ ਸ਼ੁਰੂਆਤ ਹੋ ਰਹੀ ਹੈ। ਉਹਨਾਂ ਦਾ ਉਧਾਰਕਰਤਾ, ਉਹਨਾਂ ਦਾ ਲੀਡਰ ਉਹਨਾਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਕਿ ਉਸ ਦੀ ਮੌਤ ਹੋਣ ਵਾਲੀ ਹੈ। ਉਹ ਉਹਨਾਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਕਿ ਉਹ ਜਲਦੀ ਹੀ ਉਹਨਾਂ ਤੋਂ ਅਲੱਗ ਹੋ ਜਾਵੇਗਾ ਅਤੇ ਉਹ ਉਸ ਦੇ ਨਾਲ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਣਗੇ। ਅਤੇ ਜਿਸ ਤਰ੍ਹਾਂ ਹੀ ਤੁਸੀਂ ਨਵੇਂ ਨੇਮ ਦੇ ਪੰਨਿਆਂ ਨੂੰ ਪੜ੍ਹਦੇ ਹੋ ਤਾਂ ਤੁਸੀਂ ਮਸੀਹ ਅਤੇ ਚੇਲਿਆਂ ਦੇ ਵਾਰਤਾਲਾਪ ਤੋਂ ਚੇਲਿਆਂ ਦੇ ਦੁੱਖਾਂ ਨੂੰ ਸਮਝ ਸਕਦੇ ਹੋ ਕਿਉਂ ਜੋ ਉਹ ਆਪਣੇ ਉਧਾਰਕਰਤਾ ਨੂੰ ਆਪਣੇ ਜੀਵਨ ਵਿੱਚ ਗਵਾਉਣਾ ਨਹੀਂ ਚਾਹੁੰਦੇ ਸਨ।
ਪਲੂਸ ਆਪਣੀ ਦੂਜੀ ਪੱਤਰੀ ਵਿੱਚ ਤਮੋਥੀਅਸ ਨੂੰ ਚੌਥੇ ਅਧਿਆਇ ਵਿੱਚ ਸਪਸ਼ਟ ਲਿਖਦਾ ਹੈ, ਸਭ ਮੈਨੂੰ ਛੱਡ ਗਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਕੱਲੇ ਲੋਕਾਂ ਲਈ ਬਾਈਬਲ ਵਿੱਚ ਇੱਕ ਵੱਡੀ ਅੱਛੀ ਖਬਰ ਹੈ ਕਿ ਮੁਕਤੀਦਾਤਾ ਮਸੀਹ ਪ੍ਰਭੂ ਯਿਸੂ ਨੇ ਉਹ ਇਕੱਲਾਪਨ ਮਹਿਸੂਸ ਕੀਤਾ ਜੋ ਤੁਸੀਂ ਕਰਦੇ ਹੋ। ਆਪਣੀ ਸੇਵਕਾਈ ਦੇ ਸ਼ੁਰੂ ਵਿੱਚ ਹੀ ਜਦ ਉਸਨੇ ਆਪਣੇ ਚੇਲਿਆਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ, ਉਸਨੇ ਉਹਨਾਂ ਨੂੰ ਚੇਤਾਵਨੀ ਦਿੱਤੀ, ਵੇਖੋ ਸਮੇਂ ਆਉਂਦਾ ਹੈ, ਸਗੋਂ ਆ ਪਹੁੰਚਿਆ ਹੈ, ਜੋ ਤੁਸੀਂ ਸਭੋ ਆਪਣੇ ਥਾਈਂ ਖਿੰਡ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ, ਪਰ ਤਾਂ ਵੀ ਮੈਂ ਇਕੱਲਾ ਨਹੀਂ, ਕਿਉਂ ਜੋ ਪਿਤਾ ਮੇਰੇ ਨਾਲ ਹੈ। ਯਿਸੂ ਨੇ ਸਿਰਫ ਇਕੱਲੇਪਨ ਦਾ ਅਹਿਸਾਸ ਹੀ ਨਹੀਂ ਕੀਤਾ, ਪਰ ਪਰਮੇਸ਼ਰ ਦਾ ਪੁੱਤਰ ਹੋਣ ਦੇ ਨਾਤੇ ਪਹਿਲਾਂ ਹੀ ਜਾਣ ਲਿਆ ਕਿ ਇਕੱਲਾਪਨ ਸਾਡੇ ਜੀਵਨ ਵਿੱਚ ਵੀ ਆਵੇਗਾ। ਉਸ ਨੇ ਇਹ ਪਹਿਲਾਂ ਹੀ ਜਾਣ ਲਿਆ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਮਹਿਸੂਸ ਕਰਾਂਗੇ ਅਤੇ ਆਪਣੇ ਜੀਵਨ ਦੇ ਸਾਰੇ ਬਰੇ ਉਹ ਸਲੀਬ ਤੇ ਹੀ ਵੇਖਦਾ ਰਿਹਾ। ਉਸ ਨੇ ਇਸ ਦਾ ਅਹਿਸਾਸ ਪਹਿਲਾਂ ਹੀ ਕਰ ਲਿਆ ਸੀ। ਇਕੱਲੇ ਹੋਣ ਦੀ ਯੋਜਨਾ ਤਾਂ ਉਸ ਦੇ ਪਿਤਾ ਨੇ ਪਹਿਲਾਂ ਹੀ ਕਰ ਦਿੱਤੀ ਸੀ। ਜੀਵਨ ਦੇ ਆਖਰੀ ਸਮੇਂ ਵਿੱਚ ਅਸੀਂ ਉਸ ਨੂੰ ਗਤਸ਼ਮਨੀ ਬਾਗ ਦੇ ਵਿੱਚ ਵੇਖਦੇ ਹਾਂ। ਅਸੀਂ ਉਸ ਨੂੰ ਉੱਥੇ ਉਸ ਦੇ ਨਜ਼ਦੀਕੀ ਸਾਥੀਆਂ ਨਾਲ ਵੇਖਦੇ ਹਾਂ। ਅਸੀਂ ਸੁਣਦੇ ਹਾਂ ਕਿ ਉਹ ਉਹਨਾਂ ਨੂੰ ਆਪਣੇ ਨਾਲ 1 ਘੰਟਾ ਜਾਗਣ ਲਈ ਆਖਦਾ ਹੈ, ਜਦ ਉਹ ਸੰਸਾਰ ਲਈ ਕਸ਼ਟ ਸਹਿੰਦਾ ਹੈ, ਅਤੇ ਵਾਪਸ ਆ ਕੇ ਉਹਨਾਂ ਨੂੰ ਸੁੱਤਿਆਂ ਹੋਇਆਂ ਵੇਖਦਾ ਹੈ, ਅਤੇ ਉਹ ਉਹਨਾਂ ਨੂੰ ਬੜੇ ਦੁੱਖ ਭਰੇ ਸ਼ਬਦਾਂ ਨਾਲ ਆਖਦਾ ਹੈ ਕਿ ਤੁਸੀਂ ਮੇਰੇ ਨਾਲ 1 ਘੰਟਾ ਵੀ ਜਾਗ ਨਹੀਂ ਸਕਦੇ। ਗੋਲਗੱਥਾ ਦੇ ਪਹਾੜ ਉੱਪਰ ਸਾਡਾ ਉਧਾਰਕਰਤਾ ਨੇ ਹੱਦ ਤੋਂ ਵੱਧ ਇਕੱਲੇਪਨ ਦਾ ਅਹਿਸਾਸ ਕੀਤਾ। ਸਾਡੀ ਮੁਕਤੀ ਲਈ ਉਸ ਦੇ ਪਿਤਾ ਦਾ ਹੱਥ ਉਸ ਦੀ ਪਿੱਠ ਤੇ ਸੀ। ਉਸ ਦੇ ਸਾਰੇ ਦੋਸਤ ਉਸ ਨੂੰ ਛੱਡ ਕੇ ਜਾ ਚੁੱਕੇ ਸਨ। ਉਸ ਦੇ ਆਪਣੇ ਹੀ ਇੱਕ ਚੇਲੇ ਨੇ ਉਸ ਦੇ ਨਾਲ ਧੋਖਾ ਕੀਤਾ ਸੀ। ਹੁਣ ਪਿਤਾ ਨੇ ਵੀ ਉਸ ਨੂੰ ਛੱਡ ਦਿੱਤਾ ਸੀ, ਅਤੇ ਆਪਣੇ ਦੁੱਖ ਅਤੇ ਇਕੱਲੇਪਨ ਦੀ ਘੜੀ ਵਿੱਚ ਸਾਨੂੰ ਉਸ ਦੇ ਸ਼ਬਦ ਸੁਣਨ ਨੂੰ ਮਿਲੇ, ਜਦ ਉਸ ਨੇ ਆਖਿਆ, ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ? ਅਤੇ ਜੇ ਤੁਸੀਂ ਇਸ ਨੂੰ ਨਹੀਂ ਜਾਣਦੇ ਮੇਰੇ ਦੋਸਤੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਸ ਘੜੀ ਉਸ ਨੇ ਸਾਡੇ ਵਿੱਚੋਂ ਹਰੇਕ ਲਈ ਇਕੱਲੇਪਨ ਦਾ ਅਹਿਸਾਸ ਕੀਤਾ। ਪਿਤਾ ਨੇ ਉਸ ਨੂੰ ਇਸ ਲਈ ਛੱਡ ਦਿੱਤਾ ਸੀ ਕਿ ਉਸ ਨੇ ਸਾਡੇ ਸਾਰੇ ਪਾਪਾਂ ਦਾ ਬੋਝ ਆਪਣੇ ਉੱਤੇ ਲੈ ਲਿਆ ਸੀ। ਉਸ ਘੜੀ ਦੇ ਇਕੱਲੇਪਨ ਨੂੰ ਜੋ ਯਿਸੂ ਨੇ ਅਹਿਸਾਸ ਕੀਤਾ, ਅਸੀਂ ਉਸ ਨੂੰ ਬਿਆਨ ਨਹੀਂ ਕਰ ਸਕਦੇ, ਪਰ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਇਹ ਪੱਕੀ ਗੱਲ ਹੈ ਕਿ ਯਿਸੂ ਮਸੀਹ ਇਸ ਯੋਗ ਸੀ ਕਿ ਉਹ ਤੁਹਾਡੇ ਇਕੱਲੇਪਨ ਨੂੰ ਸਮਝ ਸਕੇ, ਕਿਉਂ ਜੋ ਉਸ ਨੇ ਖੁਦ ਇਸ ਦਾ ਅਹਿਸਾਸ ਕੀਤਾ। ਮੈਂ ਕਈ ਵਾਰ ਮਸੀਹਾਂ ਨੂੰ ਕਹਿੰਦੇ ਹੋਏ ਸੁਣਦਾ ਹਾਂ, ਮੈਂ ਕਿਸ ਤਰ੍ਹਾਂ ਇਕੱਲਾ ਹੋ ਸਕਦਾ ਹਾਂ ਜਦ ਕਿ ਯਿਸੂ ਮੇਰੇ ਨਾਲ ਹੈ। ਪਰ ਬਾਈਬਲ ਇਹ ਨਹੀਂ ਦੱਸਦੀ ਕਿ ਅਸੀਂ ਕਦੇ ਵੀ ਇਕੱਲੇਪਨ ਦਾ ਅਹਿਸਾਸ ਨਹੀਂ ਕਰਾਂਗੇ। ਅਸੀਂ ਇਸ ਦਾ ਇਨਕਾਰ ਨਹੀਂ ਕਰ ਸਕਦੇ। ਮੋਰਿਸ ਵੈਸਟ ਆਪਣੀ ਇੱਕ ਕਿਤਾਬ ਵਿੱਚ ਲਿਖਦਾ ਹੈ, ਮੈਂ ਤੁਹਾਨੂੰ ਕੁਝ ਮਹੱਤਵਪੂਰਨ ਗੱਲ ਦੱਸਣਾ ਚਾਹੁੰਦਾ ਹਾਂ। ਇਕੱਲਾ ਹੋਣਾ ਕੁਝ ਨਵੀਂ ਚੀਜ਼ ਨਹੀਂ ਹੈ। ਅਸੀਂ ਸਾਰੇ ਇਸ ਦਾ ਅਹਿਸਾਸ ਕਰਦੇ ਹਾਂ, ਕੋਈ ਜਲਦੀ ਅਤੇ ਕੋਈ ਦੇਰ ਨਾਲ। ਦੋਸਤ ਮਰਦੇ ਹਨ, ਪਰਿਵਾਰ ਮਰਦੇ ਹਨ, ਪ੍ਰੇਮੀ ਅਤੇ ਪਤੀ ਵੀ। ਅਸੀਂ ਬੁੱਢੇ ਹੋ ਜਾਂਦੇ ਹਾਂ, ਅਸੀਂ ਬਿਮਾਰ ਹੁੰਦੇ ਹਾਂ, ਅਤੇ ਆਖਰੀ ਅਤੇ ਇਕੱਲੇਪਨ ਦੀ ਵੱਡੀ ਗੱਲ ਮੌਤ ਹੈ। ਕੋਈ ਐਸੀ ਗੋਲੀ ਨਹੀਂ ਜੋ ਇਕੱਲੇਪਨ ਨੂੰ ਦੂਰ ਕਰ ਸਕੇ। ਕੋਈ ਐਸਾ ਸੂਤਰ ਨਹੀਂ ਜੋ ਇਸ ਨੂੰ ਨਿਠਾ ਸਕੇ। ਮਨੁੱਖਾਂ ਦੀ ਇਹ ਹੀ ਹਾਲਾਤ ਹੈ। ਉਹ ਇਸ ਤੋਂ ਛੁਟਕਾਰਾ ਨਹੀਂ ਪਾ ਸਕਦੇ, ਅਤੇ ਜੇ ਅਸੀਂ ਇਸ ਤੋਂ ਬਚਣਾ ਚਾਹੁੰਦੇ ਹਾਂ ਤਾਂ ਅੰਧੇਰੇ ਵਿੱਚ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਦਾ ਮੁਕਾਬਲਾ ਕਰੀਏ, ਤਾਂ ਅੰਤ ਵਿੱਚ ਅਸੀਂ ਵੇਖਾਂਗੇ ਕਿ ਅਸੀਂ ਇਕੱਲੇ ਨਹੀਂ ਹਾਂ, ਕਿਉਂ ਜੋ ਅਸੀਂ ਨਵੇਂ ਪਰਿਵਾਰ ਵਿੱਚ ਹਾਂ, ਮਨੁੱਖਾਂ ਦਾ ਪਰਿਵਾਰ। ਮੋਰਿਸ ਵੈਸਟ ਨੂੰ ਕਹਿਣਾ ਚਾਹੀਦਾ ਹੈ ਕਿ ਇਸ ਤੋਂ ਵੀ ਅੱਛੀ ਚੀਜ਼ ਹੈ, ਜੇ ਤੁਸੀਂ ਮਸੀਹ ਹੋ ਤਾਂ ਤੁਸੀਂ ਸਿਰਫ ਮਨੁੱਖ ਦੇ ਪਰਿਵਾਰ ਵਿੱਚ ਹੀ ਨਹੀਂ ਹੋ, ਤੁਸੀਂ ਪਰਮੇਸ਼ਰ ਦੇ ਪਰਿਵਾਰ ਵਿੱਚ ਹੋ। ਅਤੇ ਜਦ ਤੁਸੀਂ ਉਹਨਾਂ ਲੋਕਾਂ ਕੋਲ ਜਾਂਦੇ ਹੋ ਜੋ ਤੁਹਾਡੇ ਆਲੇ ਦੁਆਲੇ
ਤੁਹਾਡੇ ਪਰਿਵਾਰ ਦਾ ਹੀ ਹਿੱਸਾ ਹਨ, ਤਾਂ ਤੁਸੀਂ ਵੇਖੋਗੇ ਕਿ ਇਕੱਲਾਪਨ ਨੱਠ ਜਾਂਦਾ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਈਬਲ ਵਿੱਚ ਇਕੱਲੇ ਲੋਕਾਂ ਦੀ ਗਵਾਹੀ ਤੋਂ ਹੀ ਵੱਧ ਕੁਝ ਹੋਰ ਹੈ। ਬਾਈਬਲ ਦੇ ਇਕੱਲੇ ਲੋਕਾਂ ਦੀ ਗਵਾਹੀ ਹੈ ਕਿ ਉਹਨਾਂ ਦੇ ਇਕੱਲੇਪਨ ਦੇ ਦੌਰਾਨ ਉਹਨਾਂ ਦੀ ਮੁਲਾਕਾਤ ਪਰਮੇਸ਼ੁਰ ਨਾਲ ਹੋਈ ਅਤੇ ਉਸ ਨੇ ਉਹਨਾਂ ਦੀ ਸਹਾਇਤਾ ਕੀਤੀ। ਜਿਸ ਤਰ੍ਹਾਂ ਕਿ ਉਤਪਤ 16 ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਹਾਜ਼ਰਾ ਦੀ ਸਹਾਇਤਾ ਕੀਤੀ ਜਦ ਉਹ ਜੰਗਲ ਵਿੱਚ ਪਾਣੀ ਲਈ ਇਕੱਲੀ ਸੀ। ਆਓ ਅਸੀਂ ਉਤਪਤੀ 16 ਦੇ 3 ਵਚਨ ਨੂੰ ਪੜ੍ਹ ਕੇ ਵੇਖੀਏ। ਉਪਰੰਤ ਉਸ ਨੇ ਯਹੋਵਾ ਦਾ ਨਾਮ ਜੋ ਉਹਦੇ ਨਾਲ ਬੋਲਦਾ ਸੀ ਇਹ ਰੱਖਿਆ ਕਿ ਤੂੰ ਮੇਰਾ ਵੇਖਣਹਾਰ ਪਰਮੇਸ਼ਰ ਹੈ, ਕਿਉਂਕਿ ਉਸ ਨੇ ਆਖਿਆ ਕਿ ਮੈਂ ਇੱਥੇ ਉਹਦੇ ਮੂੰਹ ਨੂੰ ਵੇਖਣ ਦੇ ਮਗਰੋਂ ਵੀ ਜਿਉਂਦੀ ਹਾਂ। ਅਤੇ ਸ਼ਾਸਤਰ ਸਾਨੂੰ ਦੱਸਦਾ ਹੈ ਕਿ ਜਦ ਹਾਜ਼ਰਾ ਜੰਗਲ ਵਿੱਚ ਇਕੱਲੀ ਸੀ ਅਤੇ ਜਦ ਉਸ ਨੇ ਪਰਮੇਸ਼ਰ ਨੂੰ ਵੇਖਿਆ ਅਤੇ ਉਹ ਆਖਦੀ ਹੈ ਕਿ ਪਰਮੇਸ਼ਰ ਨੇ ਉਸ ਨੂੰ ਵੇਖਿਆ ਅਤੇ ਉਸ ਨੇ ਉਸ ਦਾ ਨਾਮ ਇਹ ਰੱਖਿਆ, ਤੂੰ ਮੇਰਾ ਵੇਖਣਹਾਰ ਪਰਮੇਸ਼ਰ ਹੈ। ਇਹ ਗੱਲ ਸਾਬਤ ਕਰਦੀ ਹੈ ਕਿ ਪਰਮੇਸ਼ਰ ਇਕੱਲੇ ਲੋਕਾਂ ਦੀ ਚਿੰਤਾ ਕਰਦਾ ਹੈ। ਕੀ ਇਹ ਮਜ਼ੇਦਾਰ ਚੀਜ਼ ਨਹੀਂ ਹੈ? ਇੱਥੇ ਇੱਕ ਔਰਤ ਹੈ, ਆਪਣੀਆਂ ਸਹੇਲੀਆਂ ਤੋਂ ਦੂਰ ਅਤੇ ਆਪਣੇ ਪਰਿਵਾਰ ਤੋਂ ਦੂਰ, ਜੰਗਲ ਵਿੱਚ ਬਿਲਕੁਲ ਇਕੱਲੀ, ਆਲੇ ਦੁਆਲੇ ਕੋਈ ਵੀ ਨਹੀਂ, ਅਤੇ ਅਚਾਨਕ ਪਰਮੇਸ਼ਰ ਉਸ ਦੇ ਜੀਵਨ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਉਹ ਇੰਨੀ ਪਰੇਸ਼ਾਨ ਹੋ ਜਾਂਦੀ ਹੈ ਜਦ ਉਹ ਉਸ ਜਗ੍ਹਾ ਨੂੰ ਕਹਿ ਕੇ ਪੁਕਾਰਦੀ ਹੈ ਕਿ ਇੱਥੇ ਉਸ ਨੂੰ ਪਰਮੇਸ਼ਰ ਨੇ ਵੇਖਿਆ ਜਦ ਉਹ ਇਕੱਲੀ ਸੀ। ਅਤੇ ਅਬਰਾਹਮ ਵੀ ਇਸ ਤੋਂ ਕੁਝ ਅਲੱਗ ਨਹੀਂ ਹੈ। ਆਓ ਅਸੀਂ ਆਪਣੀ ਬਾਈਬਲ ਵਿੱਚ ਉਤਪਤੀ ਦੀ ਕਿਤਾਬ ਅਧਿਆਇ 22 ਦੀ ਐਤ 11 ਨੂੰ ਪੜ੍ਹਨਾ ਸ਼ੁਰੂ ਕਰੀਏ। ਤਾਂ ਯਹੋਵਾ ਦੇ ਦੂਤ ਨੇ ਉਸ ਨੂੰ ਆਕਾਸ਼ ਤੋਂ ਪੁਕਾਰਿਆ ਅਤੇ ਆਖਿਆ, ਅਬਰਾਹਮ, ਅਬਰਾਹਮ। ਉਸ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਉਸ ਆਖਿਆ, ਤੂੰ ਇਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਰ ਤੋਂ ਭੈ ਖਾਂਦਾ ਹੈ, ਕਿਉਂ ਜੋ ਤੈਂ ਆਪਣੇ ਪੁੱਤਰ, ਹਾਂ ਆਪਣੇ ਇਕਲੌਤੇ ਪੁੱਤਰ ਦਾ ਵੀ ਮੇਥੋਂ ਸਰਫਾ ਨਾ ਕੀਤਾ। ਜਦ ਅਬਰਾਹਮ ਨੇ ਆਪਣੀਆਂ ਅੱਖਾਂ ਚੁੱਕ ਕੇ ਡਿਠਾ ਤਾਂ ਉਹਦੇ ਪਿੱਛੇ ਇੱਕ ਛਤਰਾ ਸੀ ਜਿਹਦੇ ਸਿੰਗ ਇੱਕ ਝਾੜੀ ਵਿੱਚ ਫਸੇ ਹੋਏ ਸਨ। ਤਾਂ ਅਬਰਾਹਮ ਗਿਆ ਔਰ ਛਤਰੇ ਨੂੰ ਫੜ ਕੇ ਲੈ ਆਉਂਦਾ ਔਰ ਉਸ ਨੂੰ ਆਪਣੇ ਪੁੱਤਰ ਦੀ ਥਾਂ ਹੋਮ ਬਲੀ ਚੜਾਇਆ। ਹੁਣ ਧਿਆਨ ਦਿਓ, ਤਾਂ ਅਬਰਾਹਮ ਨੇ ਉਸ ਥਾਂ ਦਾ ਨਾਮ ਯਹੋਵਾ ਜ਼ਰੇ ਰੱਖਿਆ, ਜਿਹੜਾ ਅੱਜ ਤੱਕ ਆਖੀਦਾ ਹੈ ਕਿ ਯਹੋਵਾ ਦੇ ਪਰਬਤ ਉੱਤੇ ਦਿੱਤਾ ਜਾਵੇਗਾ। ਅਤੇ ਯਹੋਵਾ ਜ਼ਰੇ ਦਾ ਅਰਥ ਹੈ ਪਰਮੇਸ਼ਰ ਪ੍ਰਬੰਧ ਕਰਦਾ ਹੈ। ਅਤੇ ਅਬਰਾਹਮ ਲਈ ਪਰਮੇਸ਼ਰ ਲਈ ਕਿੱਥੇ ਪ੍ਰਬੰਧ ਕੀਤਾ? ਪਰਬਤ ਦੇ ਉੱਤੇ, ਜਿੱਥੇ ਉਹ ਇਕੱਲਾ ਸੀ ਅਤੇ ਉਸ ਨੂੰ ਇੱਕ ਵੱਡੀ ਜ਼ਰੂਰਤ ਸੀ। ਇਹ ਦੋਵੇਂ ਉਦਾਹਰਨ ਸਾਨੂੰ ਯਾਦ ਕਰਵਾਉਂਦੇ ਹਨ ਕਿ ਜਦ ਅਸੀਂ ਇਕੱਲੇ ਹੁੰਦੇ ਹਾਂ ਅਤੇ ਮਹਿਸੂਸ ਕਰਦੇ ਹਾਂ ਕਿ ਸਭ ਨੇ ਸਾਨੂੰ ਛੱਡ ਦਿੱਤਾ ਹੈ, ਪਰ ਪਰਮੇਸ਼ਰ ਉੱਥੇ ਹੁੰਦਾ ਹੈ ਜਦ ਸਾਨੂੰ ਉਸ ਦੀ ਬਹੁਤ ਜ਼ਰੂਰਤ ਹੁੰਦੀ ਹੈ। ਉਹ ਆਪਣੀ ਹਾਜ਼ਰੀ ਨੂੰ ਪ੍ਰਗਟ ਕਰਦਾ ਹੈ। ਇਹ ਗੱਲ ਮੂਸਾ ਦੇ ਜੀਵਨ ਵਿੱਚ ਵੀ ਪੂਰੀ ਤਰ੍ਹਾਂ ਠੀਕ ਬੈਠਦੀ ਹੈ। ਉਹ ਮਦਿਆਨ ਦੇ ਰੇਗਿਸਤਾਨ ਵਿੱਚ ਇਕੱਲਾ ਸੀ, ਜਿੱਥੇ ਪਰਮੇਸ਼ਰ ਨੇ ਉਸ ਨਾਲ ਗੱਲਬਾਤ ਕੀਤੀ ਅਤੇ ਬਲ ਦੀ ਝਾੜੀ ਵਿੱਚ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕੀਤਾ ਅਤੇ ਆਖਿਆ, ਮੈਂ ਇੱਥੇ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਸੇਵਾ ਕਰ। ਉਹਨਾਂ ਦੀ ਤਰ੍ਹਾਂ ਹੀ ਅਯੂਬ ਹੈ, ਉਹ ਵੀ ਉਹਨਾਂ ਤੋਂ ਅਲੱਗ ਨਹੀਂ ਸੀ। ਉਹ ਆਪਣੇ ਇਕੱਲੇਪਨ ਦੇ ਦੌਰਾਨ ਪਰਮੇਸ਼ਰ ਨੂੰ ਮਿਲਿਆ ਜਦ ਉਹ ਆਪਣੇ ਸਰੀਰ ਵਿੱਚ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ, ਤਾਂ ਪਰਮੇਸ਼ਰ ਨੇ ਉਸ ਨਾਲ ਗੱਲਬਾਤ ਕੀਤੀ। ਅਯੂਬ ਅਧਿਆਇ 42 5 ਵਿੱਚ ਗਵਾਹੀ ਦਿੰਦਾ ਹੈ, ਮੈਂ ਤੇਰੇ ਵੇਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ, ਪਰ ਹੁਣ ਮੇਰੀਆਂ ਅੱਖੀਆਂ ਤੈਨੂੰ ਵੇਖਦੀਆਂ ਹਨ। ਦਾਊਦ ਨੇ ਆਪਣੇ ਇਕੱਲੇਪਨ ਵਿੱਚ ਲਿਖਿਆ ਹੈ, ਯਹੋਵਾ ਮੇਰਾ ਇਆਲੀ ਹੈ, ਮੈਨੂੰ ਥੋੜ ਨਹੀਂ। ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਉਹ ਮੇਰੇ ਨਾਲ ਰਹਿੰਦਾ ਹੈ। ਉਹੀ ਦਾਊਦ ਜ਼ਬੂਰ 27 ਵਿੱਚ ਲਿਖਦਾ ਹੈ, ਯਹੋਵਾ ਮੇਰਾ ਚਾਨਣ ਅਤੇ ਬਚਾਓ ਹੈ, ਕਿਸ ਤੋਂ ਮੈਂ ਭੈ ਖਾਵਾਂਗਾ। ਪਿਆਰੇ ਦਰਸ਼ਕੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਕੱਲੇ ਸੰਤਾਂ ਦੇ ਉੱਤੇ ਗੱਲਬਾਤ ਕਰ ਰਹੇ ਸੀ। ਅਸੀਂ ਪਤੀ ਜਾਂ ਪਤਨੀ ਦੇ ਇਕੱਲੇਪਨ ਬਾਰੇ
ਗੱਲਬਾਤ ਕਰ ਰਹੇ ਸੀ। ਅਸੀਂ ਯਰਮੀਆ ਦੀ ਪੁਸਤਕ ਦੇ 15 ਅਧਿਆਇ ਦੀ 17 ਆਇਤ ਤੋਂ ਲੈ ਕੇ 18 ਆਇਤ ਦੇ ਵਚਨਾਂ ਦੇ ਉੱਤੇ ਗੌਰ ਕੀਤਾ। ਇੱਕ ਸਰਵੇਖਣ ਦੇ ਵਿੱਚ ਲੋਕਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਇਕੱਲਾਪਨ ਮਹਿਸੂਸ ਕਰਦੇ ਹਨ। ਜਵਾਬ ਵਿੱਚ ਉਹਨਾਂ ਵਿੱਚੋਂ 1/4 ਲੋਕਾਂ ਨੇ ਇਹ ਮੰਨਿਆ ਕਿ ਉਹ ਆਪਣੇ ਆਪ ਨੂੰ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਬਹੁਤ ਹੀ ਇਕੱਲਾ ਮਹਿਸੂਸ ਕਰਦੇ ਹਨ। 50% ਇਸਤਰੀਆਂ ਨੇ ਕਿਹਾ ਕਿ ਉਹਨਾਂ ਦੇ ਜੀਵਨ ਦੇ ਵਿੱਚ ਇਕੱਲਾਪਨ ਇੱਕ ਵੱਡੀ ਸਮੱਸਿਆ ਹੈ। ਅਸੀਂ ਜਾਣਿਆ ਕਿ ਸਰਵੇਖਣ ਦੇ ਦੌਰਾਨ ਇਹ ਵੇਖਿਆ ਗਿਆ ਕਿ ਬਜ਼ੁਰਗ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਇਕੱਲਾ ਮਹਿਸੂਸ ਕਰਦੇ ਹਨ। ਅਸੀਂ ਇਕੱਲੇਪਨ ਦੀ ਵੱਖ-ਵੱਖ ਵਿਆਖਿਆਵਾਂ ਨੂੰ ਵੇਖਿਆ। ਦੋਸਤੋ, ਇਕੱਲੇਪਨ ਦੇ ਦੁੱਖ ਤੋਂ ਵੱਧ ਕੇ ਹੋਰ ਕੋਈ ਦੁੱਖ ਨਹੀਂ ਹੈ। ਅਸੀਂ ਬਾਈਬਲ ਦੇ ਵਿੱਚੋਂ ਇਕੱਲੇ ਚੱਲਣ ਵਾਲੇ ਲੋਕਾਂ ਨੂੰ ਵੇਖਿਆ। ਅਸੀਂ ਹਨੋਕ ਨੂੰ ਵੇਖਿਆ, ਜਿਨੇ ਆਪਣੇ ਆਪ ਨੂੰ ਭ੍ਰਿਸ਼ਟ ਲੋਕਾਂ ਤੋਂ ਅਲੱਗ ਕਰ ਲਿਆ। ਉਹ ਪਰਮੇਸ਼ਵਰ ਦੇ ਨਾਲ ਚੱਲਦਾ ਰਿਹਾ ਅਤੇ ਸਵਰਗ ਦੇ ਵਿੱਚ ਚੁੱਕ ਲਿੱਤਾ ਗਿਆ। ਅਸੀਂ ਨੂਹ ਦੇ ਬਾਰੇ ਵੀ ਜਾਣਿਆ, ਜੋ ਇਕੱਲਾ ਹੀ ਪਰਮੇਸ਼ਵਰ ਦੀ ਚੇਤਾਵਨੀ ਨੂੰ ਜਾਣ ਕੇ ਕਿਸ਼ਤੀ ਬਣਾਉਣ ਲੱਗਾ ਤਾਂ ਜੋ ਲੋਕਾਂ ਨੂੰ ਜਲ ਪ੍ਰਲੋ ਤੋਂ ਬਚਾ ਸਕੇ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਪਰਮੇਸ਼ਵਰ ਇਕੱਲਿਆਂ ਦੀ ਸੇਵਾ ਕਰਦਾ ਹੈ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਸ ਦਾ ਲਾਭ ਮਿਲਿਆ ਹੋਵੇਗਾ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਆਓ ਅਖੀਰ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਅੱਜ ਤੁਸੀਂ ਇੱਕ ਵਾਰ ਫਿਰ ਤੋਂ ਸਾਨੂੰ ਪ੍ਰਭੂ ਬਾਈਬਲ ਬਾਣੀ ਵਿੱਚੋਂ ਉਹਨਾਂ ਲੋਕਾਂ ਦੇ ਬਾਰੇ ਦੱਸਿਆ ਜੋ ਇਕੱਲੇ ਚੱਲਦੇ ਰਹੇ। ਉਹਨਾਂ ਦੇ ਜੀਵਨ 'ਚ ਇਕੱਲਾਪਨ ਸੀ, ਲੇਕਿਨ ਇਹ ਕਿ ਇਕੱਲਾਪਨ ਪਿਤਾ ਪਰਮੇਸ਼ਵਰ ਇਸ ਕਰਕੇ ਸੀ ਕਿਉਂਕਿ ਉਹ ਆਪਣੀ ਜ਼ਿੰਦਗੀ ਨੂੰ ਭ੍ਰਸ਼ਟ ਲੋਕਾਂ ਤੋਂ ਬਚਾਉਣਾ ਚਾਹੁੰਦੇ ਸੀ। ਇਹ ਇਕੱਲਾਪਨ ਉਹਨਾਂ ਨੇ ਇਸ ਕਰਕੇ ਆਪਣੇ ਜੀਵਨ 'ਚ ਲਿਆਂਦਾ ਕਿਉਂਕਿ ਪਿਤਾ ਪਰਮੇਸ਼ਵਰ ਉਹ ਚਾਹੁੰਦੇ ਸੀ ਕਿ ਇਸ ਸੰਸਾਰ ਦੇ ਲੋਕਾਂ ਨੂੰ ਪ੍ਰਭੂ ਜੀ ਮੈਸੇਜ ਦਿੱਤਾ ਜਾਏ, ਸੰਦੇਸ਼ ਦਿੱਤਾ ਜਾਏ ਕਿ ਉਹ ਆਪਣੇ ਆਪ ਨੂੰ ਭ੍ਰਿਸ਼ਟਤਾ ਤੋਂ ਬਚਾ ਲੈਣ, ਬੁਰੀ ਗੱਲਾਂ ਤੋਂ ਬਚਾ ਲੈਣ ਔਰ ਤੁਹਾਡੇ ਵੱਲ ਫਿਰ ਲੈਣ, ਕਿਉਂਕਿ ਨਿਆਏ ਨਜ਼ਦੀਕ ਸੀ। ਲੇਕਿਨ ਪਿਤਾ ਪਰਮੇਸ਼ਰ ਜਿਨ੍ਹਾਂ ਨੇ ਉਹਨਾਂ ਦੀ ਗੱਲਾਂ ਨੂੰ ਨਹੀਂ ਮੰਨਿਆ ਉਹ ਸਾਰੇ ਨਾਸ਼ ਹੋ ਗਏ। ਔਰ ਜੋ ਪ੍ਰਭੂ ਜੀ ਇਕੱਲੇ ਤੁਹਾਡੀ ਆਵਾਜ਼ ਨੂੰ ਸੁਣ ਕੇ ਤੁਹਾਡੇ ਪਿੱਛੇ ਚੱਲਦੇ ਰਹੇ, ਪ੍ਰਭੂ ਜੀ ਤੁਸੀਂ ਉਹਨਾਂ ਨੂੰ ਸਵਰਗ ਵਿੱਚ ਚੁੱਕ ਲਿਆ। ਤੁਸੀਂ ਪਿਤਾ ਪਰਮੇਸ਼ਰ ਉਹਨਾਂ ਨੂੰ ਮੌਤ ਦੇ ਮੂੰਹ ਤੋਂ ਬਚਾ ਲਿਆ। ਪਿਤਾ ਪਰਮੇਸ਼ਰ ਅੱਜ ਬਹੁਤ ਸਾਰੇ ਲੋਕ ਪ੍ਰਭੂ ਜੀ ਤੁਹਾਡੇ ਨਾਲ ਚੱਲ ਰਹੇ ਹਨ ਪਿਤਾ ਪਰਮੇਸ਼ਰ, ਔਰ ਇਕੱਲੇ ਚੱਲ ਰਹੇ ਹਨ ਪਿਤਾ ਪਰਮੇਸ਼ਰ, ਕਿਉਂਕਿ ਇਸ ਸੰਸਾਰ ਦੇ ਵਿੱਚ ਪ੍ਰਭੂ ਜੀ ਉਹ ਨਹੀਂ ਚਾਹੁੰਦੇ ਕਿ ਉਹ ਇਸ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਭ੍ਰਿਸ਼ਟ ਕਰਨ। ਪਿਤਾ ਪਰਮੇਸ਼ਰ, ਮੇਰੀ ਪ੍ਰਾਰਥਨਾ ਹੈ ਅਸੀਂ ਵੀ ਜਿਹੜੇ ਲੋਕ ਪ੍ਰਭੂ ਜੀ ਤੁਹਾਡੇ ਨਾਲ ਚੱਲ ਰਹੇ ਹਾਂ ਪਿਤਾ, ਤੁਹਾਡੇ ਤੇ ਵਿਸ਼ਵਾਸ ਕਰਦੇ ਹਾਂ, ਤੁਹਾਡੇ ਪਿੱਛੇ ਚੱਲਦੇ ਹਾਂ ਪਿਤਾ, ਜਿਸ ਤਰ੍ਹਾਂ ਪਿਤਾ ਪਰਮੇਸ਼ਰ ਤੁਹਾਡਾ ਵਚਨ ਕਹਿੰਦਾ ਕਿ ਇਸ ਸੰਸਾਰ ਦੇ ਵਾਂਗ ਨਾ ਬਣੋ। ਪਿਤਾ ਪਰਮੇਸ਼ਰ, ਅਸੀਂ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿਉਂਕਿ ਇਸ ਸੰਸਾਰ ਦੇ ਵਿੱਚ ਸਾਡਾ ਜੀਵਨ ਥੋੜ੍ਹੀ ਦੇਰ ਦਾ, ਲੇਕਿਨ ਸਵਰਗ ਵਿੱਚ ਅਸੀਂ ਹਮੇਸ਼ਾ ਰਹਿਣਾ ਪਿਤਾ। ਤੁਸੀਂ ਸਾਨੂੰ ਮਦਦ ਕਰੋ ਕਿ ਅਸੀਂ ਪ੍ਰਭੂ ਜੀ ਹਨੋਕ ਵਾਂਗੂ, ਨੂਹ ਵਾਂਗੂ ਪ੍ਰਭੂ ਜੀ ਆਪਣੇ ਜੀਵਨ ਨੂੰ ਚਲਾ ਸਕੀਏ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।